डेरे का आखना ऑफिशियल तौर पर भी असी अकालियां नूं वोटां पाईयां सीगियां। ਇਹਦੇ ਨਾਲ अकाली दल के प्रधान सिख धर्म के पंथ के दोषी करार साबित होंदे है। ते ਜਿਹੜੀ दरखास्त पहला अकाल तख्त साहब च दी गई सी भी इन्हां नूं पंथ चों छेकिया जाए, मैं समझदा ਇਹਦੇ बाद किसी सबूत की लोड़ नहीं रहिंदी। सिंह वाला च सीगा जिहदा कतल होया, कहंदा ਉਹਨੂੰ मारन वाले अकाली सीगे, दूजे पासे अकालियां नूं वोटां पा रहे है। बिल्कुल ਇਹਦੇ ਨਾਲ क्लीयर हो जाता है ਇਹਨਾਂ ने सौदेबाजी की। 2017 ਦੇ ਵਿੱਚ ਇਹ ਤੁਹਾਨੂੰ ਵੀ ਪਤਾ ਹੈ, ਔਨ ਰਿਕਾਰਡ ਅਸੀਂ ਗੱਲ ਕੀਤੀ ਹੈ, ਕੋਈ ਲੋਕੇ ਤਾਂ ਕੀਤੀ ਨਹੀਂ। ਅਕਾਲੀ ਦਲ ਦੀ ਮਦਦ ਕੀਤੀ ਹੈ, ਸਰਕਾਰ ਆਈ ਨਹੀਂ ਆਈ ਉਹ ਬਾਅਦ ਦੀ ਗੱਲ ਹੁੰਦੀ ਹੈ। ਵੋਟ ਪਾਉਣ ਵਾਲੇ ਦਾ ਮਕਸਦ ਵੋਟ ਪਾਉਣਾ ਹੁੰਦਾ ਹੈ, ਗਾਂਹ ਵਾਲਾ ਜਿੱਤਦਾ ਹੈ ਨਹੀਂ ਜਿੱਤਦਾ ਉਹ ਵੱਖਰੀ ਗੱਲ ਹੁੰਦੀ ਹੈ। ਅਸੀਂ ਕਰਤੀ। ਟੀਵੀ ਤੇ ਬੀਬੀ ਨੇ ਝੂਠ ਬੋਲਿਆ ਕਿਸੇ ਅਫਸਰ ਦਾ ਨਾਂ ਲੈ ਕੇ, ਪੁਰਾਣੀ ਸਟੇਟਮੈਂਟ ਦਾ। ਉਸ ਅਫਸਰ ਨੇ ਵੀ ਉਸੇ ਵੇਲੇ ਕੰਡੈਮ ਕਰਤਾ। ਇਦੋਂ ਵੱਡਾ ਹੋਰ ਸਾਬਤ ਕੀ ਹੋ ਸਕਦਾ ਹੈ? ਜਿਹੜੀਆਂ ਬਸਿੱਟ ਬਿਠਾਈ ਜਾਂ ਉਹਨਾਂ ਨੇ ਕੋਈ ਕਮਿਸ਼ਨ ਬਿਠਾਏ, ਉਹ ਬੇਅਦਬੀ ਦੇ ਮਾਮਲੇ ਵਿੱਚ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਵੀ ਦੋਸ਼ੀ ਨਹੀਂ ਠਹਿਰਾ ਪਾਏ। ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਨਾਂ ਦਾ ਵੀ ਆਪਾਂ ਇਲੈਕਸ਼ਨ ਲੜ ਕੇ ਲਵਾਂਗੇ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਸੁਖਿੰਦਰ ਸਿੰਘ। ਇੱਕ ਖਾਸ ਰਿਪੋਰਟ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਪੋਸ਼ਾਕ ਤੇ ਸਿਆਸਤ। ਰਾਮ ਰਹੀਮ ਨੇ ਜਿਹੜੀ ਪੋਸ਼ਾਕ ਕਰੀਬ 13 ਸਾਲ ਪਹਿਲਾਂ ਪਹਿਨੀ ਸੀ, ਇਸ ਉੱਤੇ ਇੱਕ ਵਾਰ ਫਿਰ ਤੋਂ ਸਵਾਂਗ ਰਚਾਉਣ ਦਾ ਮਾਮਲਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਆ ਚੁੱਕਿਆ। ਡੇਰਾ ਪੈਰੋਕਾਰ ਵੀਰਪਾਲ ਕੌਰ ਨੇ ਰਾਮ ਰਹੀਮ ਦੀ ਪੋਸ਼ਾਕ ਦਾ ਰਾਜ਼ ਖੋਲ੍ਹਿਆ ਤਾਂ ਰੌਲਾ ਰੱਪਾ ਪੈਣਾ ਲਾਜ਼ਮੀ ਸੀ। ਕਾਂਗਰਸ ਨਿਸ਼ਾਨੇ ਸਾਧ ਰਹੀ ਹੈ, ਅਕਾਲੀ ਦਲ ਜਿਹੜਾ ਉਹ ਸਫਾਈਆਂ ਦੇ ਰਿਹਾ। ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਸਵਾਂਗ ਕਿੱਥੇ ਰਚਿਆ ਸੀ ਤੇ ਕਦੋਂ ਰਚਿਆ ਸੀ। 29 ਅਪ੍ਰੈਲ 2007 ਕਰੀਬ 13 ਸਾਲ ਪਹਿਲਾਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ ਡੇਰੇ ਦੇ ਵਿੱਚ ਜਾਮੇ ਇੰਸਾ ਬਣਾਇਆ ਗਿਆ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਪੋਸ਼ਾਕ ਪਾਈ, ਜਿਸ ਤੇ ਸਿੱਖਾਂ ਨੇ ਇਤਰਾਜ਼ ਜਤਾਇਆ। ਕਈ ਵਾਰ ਸਿੱਖਾਂ ਤੇ ਪ੍ਰੇਮੀਆਂ ਦੇ ਵਿਚਾਲੇ ਜ਼ਬਰਦਸਤ ਟਕਰਾਅ ਵੀ ਹੋਇਆ ਸੀ। ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਤੱਕ ਕਰਾਰ ਦੇ ਦਿੱਤਾ ਗਿਆ। ਪਰ ਸਾਲ 2017 ਦੇ ਵੱਲ ਧਿਆਨ ਮਾਰੋ, ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਅਕਾਲ ਤਖਤ ਸਾਹਿਬ ਤੋਂ ਮਾਫ ਕਰਨ ਦੀ ਖਬਰ ਜਿਵੇਂ ਸਿੱਖ ਜਗਤ ਦੇ ਵਿੱਚ ਪਹੁੰਚੀ ਤਾਂ ਸਿਆਸੀ ਤੇ ਧਾਰਮਿਕ ਸਫਾਂ ਦੇ ਵਿੱਚ ਰੌਲਾ ਰੱਪਾ ਪੈਣਾ ਲਾਜ਼ਮੀ ਸੀ। ਨਿਸ਼ਾਨੇ ਤੇ ਤਤਕਾਲੀ ਤੇ ਪੰਥਕ ਸਰਕਾਰ ਅਕਾਲੀ ਦਲ ਦੀ ਸੀ। ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਵੀ ਬਾਦਲਾਂ ਲਈ ਮੁਸੀਬਤ ਬਣੇ। ਇਸ ਤੋਂ ਪਹਿਲਾਂ ਸਾਲ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤਾਰ ਵੀ ਡੇਰਾ ਸਿਰਸਾ ਦੇ ਨਾਲ ਜੁੜੇ ਤੇ ਨਿਸ਼ਾਨੇ ਤੇ ਉਹੀ ਬਾਦਲਾਂ ਦੀ ਸਰਕਾਰ ਕਿ ਡੇਰੇ ਦੇ ਨਾਲ ਗੰਢ ਧੁੱਪ ਹੈ। ਇਹਨਾਂ ਸਾਰਿਆਂ ਦੇ ਵਿੱਚ ਇੱਕ MSG ਫਿਲਮ ਜਿਹੜੀ ਰਿਲੀਜ਼ ਹੋਈ ਸੀ ਉਹ ਵੀ ਵਿਵਾਦਾਂ ਦੇ ਵਿੱਚ ਰਹੀ ਸੀ। ਹੁਣ ਮਸਲਾ ਡੇਰੇ ਦੀ ਪੈਰੋਕਾਰ ਵੀਰਪਾਲ ਕੌਰ ਦੀ ਉਸ ਪ੍ਰਤੀਕਿਰਿਆ ਦੇ ਨਾਲ ਜੁੜਿਆ ਜੋ ਉਸਨੇ D5 ਚੈਨਲ ਪੰਜਾਬੀ ਤੇ ਸਾਡੇ ਨਾਲ ਐਕਸਕਲੂਸਿਵ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਰਾਮ ਰਹੀਮ ਦੀ ਪੋਸ਼ਾਕ ਜਿਹੜੀ ਹੈ ਉਹ ਸੁਖਬੀਰ ਬਾਦਲ ਵੱਲੋਂ ਭੇਜੀ ਗਈ ਸੀ। ਪਰ ਇਹ ਪ੍ਰਤੀਕਿਰਿਆ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਸਾਬਕਾ DGP ਜਿਹੜੇ ਪੰਜਾਬ ਦੇ ਰਹਿ ਚੁੱਕੇ ਨੇ, ਉਹਨਾਂ ਦਾ ਨਾਮ ਹੈ ਸ਼ਸ਼ੀਕਾਂਤ, ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ। ਸ਼ਸ਼ੀਕਾਂਤ ਨੇ ਉਹ ਕਹਿੰਦੇ ਨੇ ਕਿ ਪ੍ਰਤੀਕਿਰਿਆ ਦਿੱਤੀ ਸੀ। ਸਭ ਤੋਂ ਪਹਿਲਾਂ ਵੀਰਪਾਲ ਕੌਰ ਦੇ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਹੈ, ਤੁਸੀਂ ਉਹ ਸੁਣੋ ਕਿ ਵੀਰਪਾਲ ਕੌਰ ਦਾ ਕੀ ਕਹਿਣਾ ਹੈ। ਤੁਸੀਂ ਜਿਹੜਾ ਇੱਕ ਬਿਆਨ ਦਿੱਤਾ ਹੈ, ਤੁਹਾਡੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਬਾਦਲ ਨੇ ਪੋਸ਼ਾਕ ਭੇਜੀ ਸੀ, ਉਹਦੇ ਤੇ ਤੁਹਾਡਾ ਕੀ ਕਹਿਣਾ? ਪਰ ਉਹ ਮੇਰਾ ਬਿਆਨ ਨਹੀਂ ਹੈ। ਦੇਖੋ ਫਿਰ ਵੀ ਮੈਂ ਇਹ ਗੱਲ ਕਹੀ ਸੀ ਵੀ ਮੇਰਾ ਬਿਆਨ ਨਹੀਂ ਹੈ। ਮੇਰਾ ਬਿਆਨ ਤੁਸੀਂ ਦੇਖੋ ਨਾ ਵੀ ਬੋਲਿਆ ਕਿ ਮੈਂ ਇੱਕ ਦੋ ਵਾਰੀ ਇਹ ਗੱਲ ਰਿਪੀਟ ਕੀਤੀ ਵੀ ਮੈਂ ਨਹੀਂ ਕਹਿ ਰਹੀ, ਵੀ ਮੈਂ ਨਹੀਂ ਕਹਿ ਰਹੀ। ਸ਼ਸ਼ੀਕਾਂਤ ਜੀ ਦੀ ਇੱਕ DGP ਦੀ ਮੈਂ ਵੀਡੀਓ ਸੁਣੀ ਹੈ YouTube ਤੋਂ, ਪਈ ਸੀ ਉਹਨਾਂ ਦੀ ਜਿਹੜਾ ਹੈਗਾ ਮਤਲਬ TV 84 ਵਾਲਿਆਂ ਦੀ ਵੀਡੀਓ ਸੁਣੀ ਆ। ਉਹਨਾਂ ਨੇ ਮਤਲਬ ਕਿ ਉਹਨਾਂ ਦੇ ਚੈਨਲ ਤੇ ਸੀ ਵੀ ਉਹਨਾਂ ਨੇ ਇਹ ਬੋਲ ਰਹੇ ਸੀ ਸ਼ਸ਼ੀਕਾਂਤ ਜੀ ਉੱਥੇ ਉਸ ਵੀਡੀਓ ਦੇ ਵਿੱਚ ਵੀ ਜਿਹੜੀ ਇਹ ਵਰਦੀ ਹੈ, ਡਰੈਸ ਆ, ਇਹ ਸੁਖਬੀਰ ਸਿੰਘ ਬਾਦਲ ਜੀ ਨੇ ਭੇਜੀ ਹੈ। ਮੈਂ ਤਾਂ ਸਿਰਫ ਉਹਨਾਂ ਦਾ ਰਿਪੀਟ ਕੀਤਾ ਜੀ, ਮੈਂ ਆਪਦੇ ਕੋਲੋਂ ਨਹੀਂ ਬਿਆਨ ਦਿੱਤਾ। ਮੇਰਾ ਬਿਆਨ ਤਾਂ ਜੇ ਮੈਂ ਕਹਿੰਦੀ ਹਾਂ ਤਾਂ ਮੈਂ ਤਾਂ ਅੱਛਾ ਉਹਨਾਂ ਦਾ ਮੈਂ ਤਾਂ ਅਸੀਂ ਤਾਂ YouTube ਤੇ ਸੁਣੀ ਸੀ ਇਹ ਗੱਲ। ਬਿਲਕੁਲ ਅਸੀਂ ਉਹ ਸੁਣੀ ਤੁਹਾਡੀ ਗੱਲ। ਤੁਸੀਂ ਇਹ ਕਿਹਾ ਵੀ ਮੈਂ ਆਪਣੇ ਵੱਲੋਂ ਨਹੀਂ ਕਹਿੰਦੀ, ਇਹ ਸ਼ਸ਼ੀਕਾਂਤ ਜੀ ਕਹਿ ਰਹੇ ਨੇ। ਪਰ ਹੁਣ ਤੁਹਾਡਾ ਇਸ ਉੱਤੇ ਕੀ ਕਹਿਣਾ? ਕਿਉਂਕਿ ਸ਼ਸ਼ੀਕਾਂਤ ਜੀ ਤਾਂ ਕਹਿੰਦੇ ਵੀ ਮੈਂ ਤਾਂ ਇਹ ਕੁਝ ਕਿਹਾ ਨਹੀਂ, ਉਹ ਤਾਂ ਮੁੱਕਰ ਗਏ ਨੇ।
ਨਹੀਂ ਸ਼ਸ਼ੀਕਾਂਤ ਜੀ ਤਾਂ ਦੇਖੋ ਜੀ ਮੈਨੂੰ ਨਹੀਂ ਪਤਾ ਕਿਉਂ ਮੁੱਕਰ ਗਏ, ਪਰ ਉਹਨਾਂ ਦੀ ਜਿਹੜੀ ਮਤਲਬ ਕਿ ਨਾ ਕੋਈ ਤੁਸੀਂ ਜਲਦ ਰੁਕੋ, ਕੋਈ ਨਾ ਕਿਸੇ ਦਾ, ਕਿਉਂਕਿ ਇਹਨਾਂ ਨੇ ਜਿਹੜੀਆਂ ਇਹਨਾਂ ਦੇ ਸਾਰੀ ਲੱਖਾਂ ਦੁਨੀਆ ਨੇ ਇਹਨਾਂ ਦੀ ਉਹ ਸੁਣੀ ਸੀਗੀ। ਬਹੁਤ ਸਾਰੇ ਲੋਕ ਮੰਨਦੇ ਆ ਵੀ ਅਸੀਂ ਖੁਦ, ਮੇਰੇ ਕੋਲ ਮੈਸੇਜ ਕੱਲ ਬਹੁਤ ਲੋਕਾਂ ਦੇ ਕਹਿੰਦੇ ਅਸੀਂ ਵੀ ਸੁਣੀ ਹੈ ਇਹ, ਪਰ ਉਹ ਡਿਲੀਟ ਕਰ ਦਿੱਤੀ ਗਈ YouTube ਤੋਂ, ਡਿਲੀਟ ਕਰਕੇ ਫਿਰ ਮਤਲਬ ਸਰ ਨੇ ਬਿਆਨ ਜਾਰੀ ਕੀਤਾ। ਚਲੋ ਕੋਈ ਨਹੀਂ, ਪਰ ਇੱਕ ਗਲਤੀ ਹੋਰ ਕਰ ਗਏ, ਮਤਲਬ ਕਿ ਉਹ ਆਪਦੀ ਤਾਂ ਜਿਹੜੀ ਖੁਦ ਬੋਲੀ ਉਹ ਤਾਂ ਡਿਲੀਟ ਕਰ ਗਏ, ਪਰ ਉਦੋਂ ਬਾਅਦ ਫਿਰ ਉਹਨਾਂ ਨੇ ਇੰਟਰਵਿਊ ਦਿੱਤੀਆਂ ਉਸੇ ਚੈਨਲ ਨੂੰ। ਉਸ ਚੈਨਲ ਨੂੰ ਜਦੋਂ ਇੰਟਰਵਿਊ ਦਿੱਤੀਆਂ ਤਾਂ ਜਿਹੜਾ ਐਂਕਰ ਆ ਜਦੋਂ ਉਹਨਾਂ ਲੋਕਾਂ ਮਤਲਬ ਕਰਵਾਉਂਦਾ, ਇੰਟਰੋਡਿਊਸ ਕਰਵਾਉਂਦਾ ਆਮ ਪਬਲਿਕ ਨਾਲ ਕਿ ਅੱਜ ਸਾਡੇ ਜਿਹੜੇ ਗੈਸਟ ਆ ਕੌਣ ਹੈ, ਤੇ ਉੱਥੇ ਉਹ 2 ਵਾਰੀ ਬੋਲਦੇ ਆ, 2 ਅਲੱਗ-ਅਲੱਗ ਐਂਕਰਸ ਦੀਆਂ 2 ਅਲੱਗ-ਅਲੱਗ ਇੰਟਰਵਿਊਆਂ। ਐਂਕਰ ਖੁਦ ਮਤਲਬ ਦੱਸ ਰਿਹਾ, ਅਸੀਂ ਇਹ ਮਤਲਬ ਸਾਰੇ ਚੈਨਲ ਨੂੰ ਭੇਜੀ ਵੀ ਹੈ, ਉੱਥੇ ਐਂਕਰ ਕਹਿ ਰਿਹਾ ਵੀ ਅੱਜ ਜਿਹੜੇ ਸਾਡੇ ਕੋਲੇ ਆਏ ਹੈ ਇਹ DGP ਸਾਹਿਬ, ਇਹਨਾਂ ਦੀ ਜਿਹੜੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਇਹ ਉਹ ਹੈ ਜਿਨ੍ਹਾਂ ਨੇ ਸਾਡੇ ਚੈਨਲ ਤੇ ਪਹਿਲੀ ਵਾਰੀ ਇਨਕਸ਼ਾਫ ਕੀਤਾ ਸੀ ਵੀ ਜਿਹੜੀ ਗੁਰੂ ਜਮਨੋਤਸਵੀ ਸਾਸੇ ਵਾਲੇ ਬਾਬੇ ਨੂੰ ਜਿਹੜੀ ਡਰੈਸ ਭੇਜੀ ਗਈ ਹੈ ਵੀ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਹੈ। ਇੱਕ ਜਿਹੜਾ ਦੂਜਾ ਜਿਹੜਾ ਦੂਸਰੀ ਇੰਟਰਵਿਊ ਦੇ ਵਿੱਚ ਜਦੋਂ ਇੰਟਰੋਡਿਊਸ ਕਰਾਉਂਦਾ ਉਦੋਂ ਉਹ ਕੀ ਕਹਿ ਰਿਹਾ, ਉਹ ਤਾਂ ਉਦੋਂ ਵੀ ਅੱਗੇ ਚੱਲੇ ਗਏ ਜੀ। ਉਹ ਇਹ ਕਹਿ ਰਹੇ ਆ, ਕਹਿੰਦੇ ਜੀ ਮਤਲਬ ਕਿ ਵੀ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸ਼ਸ਼ੀਕਾਂਤ ਜੀ ਨੇ ਵੀ ਮੈਂ ਉਦੋਂ ਇੰਟੈਲੀਜੈਂਸੀ ਦਾ ਸੀਗਾ, ਮਤਲਬ ਕਿ DGP ਕਹ ਲਓ ਜਾਂ DGP ਕਹ ਲਓ, ਇਹ ਇਹਨਾਂ ਦੀ ਸੀਗੀ ਜੋ ਵੀ, ਉਹ ਕਹਿੰਦੇ ਮੈਂ ਇੰਟੈਲੀਜੈਂਸ ਦਾ ਸੀ, ਉਹ ਮੇਰੇ ਥਰੂ ਭੇਜੀ ਗਈ ਹੈ। ਉਹ ਬੋਲ ਰਿਹਾ, ਮੈਂ ਨਹੀਂ ਬੋਲ ਰਹੀ। ਅਸੀਂ ਤਾਂ ਅੱਜ ਅਸੀਂ ਦੋਨੇ ਜਿਹੜੀਆਂ ਸੀ ਜੋ ਐਂਕਰ ਜੋ ਬੋਲ ਰਹੇ ਇੰਟਰੋਡਕਸ਼ਨ, ਉਹ ਤਾਂ ਰਿਮੂਵ ਨਹੀਂ ਕਰ ਸਕੇ ਇਹ। ਚਲੋ ਹੋ ਸਕਦਾ ਉਹ ਤਾਂ ਠੀਕ ਹੈ, ਪਰ ਗੱਲ ਸਵਾਲ ਤੁਹਾਡੇ ਤੇ ਉੱਠਦਾ ਨਾ ਕਿ ਤੁਸੀਂ ਅੱਜ ਕਿਉਂ ਬੋਲੇ ਇੰਨੇ ਸਾਲਾਂ ਬਾਅਦ, ਹੁਣ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਇਸ ਉੱਤੇ। ਨਹੀਂ ਇਹ ਰਿਐਕਸ਼ਨ ਤਾਂ ਬਾਈ ਜੀ ਅਸੀਂ ਤਾਂ ਜਿਹੜਾ ਬੋਲਣ ਦਾ ਸਾਡਾ ਕਾਰਨ ਹੈ ਨਾ ਜੀ, ਸਾਡਾ ਦੇਖੋ ਅਸੀਂ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਹੈ, ਸਾਡੇ ਪਹਿਲਾਂ ਪ੍ਰਵਕਤੇ ਰਹੇ ਆ, ਸਾਰਾ ਕੁਝ ਮਤਲਬ ਉਹੀ ਕਰਦਾ ਸੀ, ਅਸੀਂ ਤਾਂ ਕੁਛ ਸਧਾਰਨ ਸੇਵਾਦਾਰ ਹਾਂ ਜੀ। ਪਰ ਆਇਆ ਜਦੋਂ ਹੁਣ 3 ਸਾਲ ਹੋ ਗਏ ਸਾਡੇ ਗੁਰੂ ਜੀ ਨੂੰ ਗਿਆ ਨੂੰ, ਪਰ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਸੀ ਦੇਖਿਆ ਵੀ ਤਾਂ ਬਿਲਕੁਲ ਸੌ ਰਹੀ ਹੈ। ਜਦੋਂ ਹੁਣ ਦੁਬਾਰਾ ਆਪਣਾ ਪਹਿਲਾਂ ਤਾਂ ਦੇਖੋ ਮੁੱਦਾ ਨਹੀਂ ਉੱਠਿਆ, ਜਦੋਂ ਸ਼ੁਰੂ ਦੇ ਵਿੱਚ ਜਿਹੜੇ TV ਚੈਨਲਾਂ ਨੇ ਜੋਸ਼ ਹੋਰ ਕੀਤਾ ਉਦੋਂ ਤਾਂ ਅਸੀਂ ਕੀ ਬੋਲਣਾ ਸੀ, ਅਸੀਂ ਕਿਹੜਾ ਪ੍ਰਵਕਤਾ ਜੀ, ਉਦੋਂ ਸਾਡੇ ਪ੍ਰਵਕਤਾ ਬੈਠੇ, ਸਾਨੂੰ ਐਂ ਜੀ ਪ੍ਰਵਕਤਾ ਆਉਣਗੇ। ਉਸ ਤੋਂ ਬਾਅਦ ਜੀ ਜਦੋਂ ਸਾਡਾ ਹੁਣ ਆਪਣਾ ਬਰਗਾੜੀ ਮੁੱਦਾ ਉੱਠ ਖੜਾ ਜੀ, ਦੁਬਾਰਾ ਸਾਡੇ ਗੁਰੂ ਦਾ ਨਾਮ ਆ ਗਿਆ, ਜਦੋਂ ਅਸੀਂ ਡਿਬੇਟ ਸੁਣੀਆਂ ਨਾ TV ਚੈਨਲਾਂ ਤੇ ਸਾਨੂੰ ਬੜਾ ਦੁੱਖ ਹੋਇਆ ਵੀ ਸਾਡੇ ਵੀ ਜਿਹੜੀਆਂ ਡਿਬੇਟ ਹੁੰਦੀਆਂ ਜਿਹੜੇ ਬੰਦੇ ਦੇ ਬਾਰੇ ਗੱਲ ਹੋ ਰਹੀ ਉਹਦਾ ਕੋਈ ਪੱਖ ਰੱਖਣ ਵਾਲਾ ਤਾਂ ਹੋਵੇ ਨਾ, ਵੀ ਲੋਕਾਂ ਨੂੰ ਸੱਚਾਈ ਤਾਂ ਪਤਾ ਲੱਗੇ। ਇਹਦਾ ਦੇਖੋ ਵੀ ਜੀ ਤੁਸੀਂ ਵੀ ਡਿਬੇਟਸ ਕਰਦੇ ਹੈ ਨਾ, ਮਤਲਬ ਹਰ ਬੰਦੇ ਨੂੰ ਬੁਲਾਇਆ ਜਾਂਦਾ ਨਾ, ਤੁਹਾਡੇ ਲਈ ਤਾਂ ਸਾਰੇ ਇੱਕੋ ਜਿਹੇ। ਅਸੀਂ ਫਿਰ ਮਤਲਬ ਨਾ ਜੀ ਇਹਨਾਂ ਨੂੰ 2-3 ਚੈਨਲਾਂ ਅਸੀਂ ਗੱਲ ਕੀਤੀ ਵੀ ਤੁਸੀਂ ਜਿਹੜੀ ਡਿਬੇਟ ਤਾਂ ਰੱਖ ਲੈਂਦੇ ਆ, ਬਟ ਮਤਲਬ ਸਾਡੇ ਗੁਰੂ ਦਾ ਪੱਖ ਰੱਖਣ ਵਾਲਾ ਤਾਂ ਕੋਈ ਵੀ ਨਹੀਂ। ਉਹਨਾਂ ਨੇ ਸਾਨੂੰ ਇਹ ਗੱਲ ਕਹਿਤੀ, ਕਹਿੰਦੇ ਵੀ ਮਤਲਬ ਕਹਿੰਦੇ ਵੀ ਭੈਣ ਜੀ ਕਹਿੰਦੇ ਪਤਾ ਕੀ ਹੈ, ਇੱਕ ਸਾਡੇ ਰਣਜੀਤ ਆਸਟ੍ਰੇਲੀਆ ਉਹਨਾਂ ਨੇ ਗੱਲ ਕਰੀ ਸੀ, ਮੈਨੂੰ ਵੀ ਨਾਲ ਲੈ ਲੈਂਦੇ ਸੀ, ਉਹ ਕਹਿੰਦੇ ਵੀ ਤੁਹਾਡੇ ਡੇਰੇ ਦੇ ਨਾਲ ਅਸੀਂ ਕੰਟੈਕਟ ਕਰਦੇ ਹਾਂ, ਪਰ ਉਹ ਜਵਾਬ ਦੇ ਦਿੰਦੇ ਤੁਹਾਡੀ ਡੇਰੇ ਦੀ ਮੈਨੇਜਮੈਂਟ ਕਮੇਟੀ ਵੀ, ਉਹ ਕਹਿੰਦੇ ਅਸੀਂ ਨਹੀਂ ਭੇਜਣਾ ਪ੍ਰਵਕਤਾ। ਨਹੀਂ ਗਲਤ ਗੱਲ ਹੈ, ਅਸੀਂ ਰੱਖਾਂਗੇ ਵੀ ਅਸੀਂ ਆਪਦੇ ਗੁਰੂ ਦਾ ਪੱਖ ਰੱਖਾਂਗੇ, ਸਾਨੂੰ ਤੁਸੀਂ ਬੁਲਾ ਲਿਆ ਕਰੋ। ਵੀਰਪਾਲ ਜੀ ਇਹ ਦੱਸੋ ਤੁਹਾਡਾ ਪੱਖ ਵੀ ਆਉਂਦਾ ਹੈ, ਤੁਸੀਂ ਇਹ ਦੱਸੋ ਕਿ ਅਕਾਲੀ ਦਲ ਇਹ ਕਹਿ ਰਿਹਾ ਵੀ ਕਾਂਗਰਸ ਆਪਣੇ ਨਕਾਮੀਆਂ ਚ ਪਾਉਣ ਦੀ ਮਾਰੀ ਤੁਹਾਨੂੰ ਅੱਗੇ ਲੈ ਕੇ ਆਈ ਹੈ ਜਾਂ ਇਸ ਤਰ੍ਹਾਂ? ਬਿਲਕੁਲ ਨਹੀਂ, ਝੂਠ ਗੱਲ ਹੈ, 1000% ਝੂਠ ਗੱਲ ਹੈ। ਅੱਜ ਤੱਕ ਬੇਸ਼ੱਕ ਮੇਰਾ ਕੋਈ ਬੰਦਾ ਨਾਰਕੋ ਟੈਸਟ ਕਰਾ ਲੇ ਜੀ, ਆਪਾਂ ਹਮੇਸ਼ਾ, ਅੱਜ ਮੇਰੇ ਗੁਰੂ ਜੀ ਨੇ ਮੈਨੂੰ ਇੱਕ ਗੱਲ ਸਿਖਾਈ ਆ, ਸੱਚ ਬੋਲਣਾ। ਕਿਸੇ ਵੀ ਸਿੰਗਲ ਮੇਰੇ ਮਹੱਲੇ ਦਾ MC ਵੀ ਉਹਦਾ ਬਾਈ ਜੀ ਸਾਡੇ, ਉਹ ਵੀ ਨਹੀਂ ਕਦੇ ਮੇਰੇ ਘਰੇ ਆਏ ਜੀ, ਹੋਰ ਤਾਂ ਛੱਡੋ, ਕਿਸੇ ਨੇ ਮੇਰਾ ਫੋਨ ਚੈੱਕ ਕਰ ਲਓ, ਕਦੇ ਕਿਸੇ ਕਾਂਗਰਸੀ ਬੰਦੇ ਨੇ ਮੇਰੇ ਨਾਲ ਕੰਟੈਕਟ ਕੀਤਾ ਹੋਵੇ। ਬਿਲਕੁਲ 1000% ਝੂਠ ਗੱਲ ਹੈ ਜੀ ਇਹ। ਅਸੀਂ ਤਾਂ ਸਿਰਫ ਉਹਨਾਂ ਨੂੰ ਸਿਰਫ ਇਹ ਕਿਹਾ ਸੀ ਆਪਦਾ ਗੁਰੂ ਦਾ ਪੱਖ ਰੱਖਣ ਵਾਸਤੇ, ਵੀ ਅਸੀਂ ਆਪਦੇ ਗੁਰੂ ਦਾ ਪੱਖ ਰੱਖਣਾ ਚਾਹੁੰਦੇ ਹਾਂ। ਤੁਸੀਂ ਯਾਦਵਿੰਦਰ ਨਾਲ ਸਾਡੀ ਗੱਲ ਹੋਈ ਨਾ ਜਿਹੜੀ ਪਹਿਲੇ ਦਿਨ, ਤੁਸੀਂ ਯਾਦਵਿੰਦਰ ਨੂੰ ਪੁੱਛ ਲਓ, ਬਾਹਲੀ ਗੱਲ ਕੀ ਹੈ, ਮੇਰੇ ਕੋਲ ਰਿਕਾਰਡਿੰਗ ਪਈ ਹੋਈ ਤਾਂ ਉਹਨਾਂ ਦੀ, ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦੀ ਸਾਡੀ ਕੀ ਗੱਲ ਹੋਈ ਆਪਸ ਵਿੱਚ। ਉਹਨਾਂ ਨੂੰ ਤਾਂ ਇਹੀ ਗੱਲ ਕਹੀ ਹੈ ਕਿ ਸਾਡਾ ਗੁਰੂ ਦਾ ਪੱਖ ਰੱਖਣਾ ਚਾਹੁੰਦੇ ਹਾਂ। ਠੀਕ ਹੈ, ਹੁਣ ਤੁਸੀਂ ਇਸ ਮਸਲੇ ਤੇ ਅਖੀਰ ਵਿੱਚ ਦੱਸੋ ਕੀ ਕਰੋਗੇ, ਕਿਉਂਕਿ DGP ਸਾਹਿਬ ਤਾਂ ਜਿਹੜੇ ਸਾਬਕਾ ਨੇ ਸ਼ਸ਼ੀਕਾਂਤ ਜੀ, ਉਹ ਤਾਂ ਕਹਿੰਦੇ ਮੈਂ ਤਾਂ ਇਹੋ ਜਿਹਾ ਕੁਝ ਕਿਹਾ ਨਹੀਂ। ਹੁਣ ਤੁਸੀਂ ਇਹਦੇ ਉੱਤੇ ਫਿਰ ਕਿਸ ਤਰ੍ਹਾਂ ਇਹਨੂੰ ਕੋਈ ਗੱਲ ਨਹੀਂ ਜੀ, ਸਾਨੂੰ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ। ਪਰ ਨਾ ਮੈਂ ਤੁਹਾਨੂੰ ਦੱਸਾਂ, ਥੋੜੇ ਟਾਈਮ ਪਹਿਲਾਂ NRI ਚੈਨਲ ਦੇ ਉੱਤੇ ਵੀ ਮੇਰੀ ਮਤਲਬ ਕਿ ਮੈਨੂੰ ਰੱਖਿਆ ਗਿਆ ਸੀ ਡਿਬੇਟ ਦੇ, ਉੱਥੇ ਸੰਤ ਦਾਦੂਵਾਲ ਜੀ ਕਹੀ ਗੱਲ ਹੈ ਕਿ ਵੀਰਪਾਲ ਭੈਣ ਜੀ ਨੇ ਜਿਹੜੀ ਗੱਲ ਕਹੀ ਅਸੀਂ ਵੀ ਸੁਣੀ ਹੈ, ਉਹ ਕਹਿੰਦੇ 101% ਸਹੀ ਹੈ। ਫਿਰ ਸੰਤ ਦਾਦੂਵਾਲ ਜੀ ਨੂੰ ਪੁੱਛਣ ਵੀ ਉਹ ਕਹਿੰਦੇ ਮੈਂ ਵੀ ਸੁਣੀ ਹੈ ਤੇ ਅਖਬਾਰਾਂ 'ਚ ਵੀ ਪੜ੍ਹੀ ਹੈ, ਤੇ ਫਿਰ ਉਹ ਮਤਲਬ ਕਿ ਕੱਲੀ ਮੈਂ ਨਹੀਂ ਜੀ, ਮੇਰੇ ਕੋਲ ਕੱਲ ਮੈਸੇਜ ਬਹੁਤ ਆਏ ਵੀ ਅਸੀਂ ਸੁਣੀ ਆ ਉਹ, ਤੇ ਉਹਨੇ ਤਾਂ DGP ਸਾਹਿਬ ਦੱਸਣਾ ਵੀ ਕੀ ਹੋ ਗਿਆ ਅਚਾਨਕ, ਕਿ ਕਿਉਂ ਮਤਲਬ ਕਿ ਉਹਨਾਂ ਨੂੰ ਆਪਦੀ ਗੱਲ, ਹਾਲਾਂਕਿ ਇੰਨੇ ਗੱਟਸ ਵਾਲੇ DGP ਸਾਹਿਬ ਹੈ ਇਹ, ਵੀ ਕੀ ਇਹੋ ਜਿਹਾ ਹੋ ਗਿਆ ਕਿ ਅਚਾਨਕ ਉਹਨਾਂ ਨੂੰ ਇਸ ਗੱਲ ਤੋਂ ਮੁੱਕਰਨਾ ਪਿਆ। ਇਹ ਤਾਂ ਉਹ ਦੱਸਣ ਜੀ। ਦੇਖੋ ਅੱਜ ਇਸ ਤੁਹਾਨੂੰ ਮੈਂ ਅਸੀਂ ਲਿੰਕ ਭੇਜ ਦਿੰਦੇ ਜਿੱਥੇ ਸੰਤ ਦਾਦੂਵਾਲ ਜੀ ਨੇ ਇਹ ਗੱਲ ਕਹੀ ਹੈ ਕਿ ਵੀ ਜਿਹੜੀ ਵੀਰਪਾਲ ਭੈਣ ਜੀ ਗੱਲ ਕਹਿ ਰਹੇ ਉਹ 101% ਸਹੀ ਹੈ। ਡੇਰਾ ਕਮੇਟੀ ਜਿਹੜੀ ਹੈ ਉਹ ਮੰਨਦੀ ਹੈ ਕਿ ਸੁਖਬੀਰ ਬਾਦਲ ਨੇ ਭੇਜੀ ਪੋਸ਼ਾਕ?
ਨਹੀਂ ਡੇਰਾ ਕਮੇਟੀ ਦਾ ਤਾਂ ਮੈਨੂੰ ਨਹੀਂ ਪਤਾ ਜੀ। ਡੇਰਾ ਸੀ ਕਿਹੜਾ ਡੇਰਾ ਕਮੇਟੀ ਵੱਲੋਂ ਬੋਲਦੇ ਜੀ। ਅਸੀਂ ਤਾਂ YouTube ਤੇ ਸੁਣੀ ਸੀ। ਮੈਂ ਤਾਂ ਵੈਸੇ ਗੱਲ ਚੱਲ ਰਹੀ ਸੀ ਤੁਹਾਡਾ ਡੇਰੇ ਆਉਣਾ ਜਾਣਾ ਰਿਹਾ ਹੈ, ਤੁਹਾਨੂੰ ਡੇਰੇ ਕਮੇਟੀ ਵਾਲੇ ਜਾਣਦੇ ਵੀ ਹੋਣੇ। ਉਹਨਾਂ ਦੇ ਵਿੱਚ ਕਦੇ ਚਰਚਾ ਕਦੇ ਖੁੱਲ ਕੇ ਤਾਂ ਉਹਨਾਂ ਨੇ ਕਿਹਾ ਨਹੀਂ ਇਹ ਗੱਲ ਕਿ ਸੁਖਬੀਰ ਬਾਦਲ ਨੇ ਭੇਜੀ ਸੀ? ਨਹੀਂ ਉਹ ਡੇਰਾ ਕਮੇਟੀ ਤਾਂ ਸਾਡੀ ਕਿਉਂ ਕਹੂਗੀ ਜੀ? ਡੇਰਾ ਕਮੇਟੀ ਤਾਂ ਸਾਰੇ ਇੱਕ ਮਿੱਕ ਹੈਗੇ ਆ ਜੀ। ਇਹ ਕਿਹੜਾ ਅਲੱਗ-ਅਲੱਗ ਹੈ? ਸਾਡੀ ਡੇਰਾ ਕਮੇਟੀ ਤਾਂ ਖੁਦ ਅਸੀਂ ਮੈਂ ਇਹੀ ਚੀਜ਼ ਉਹਦੇ ਤੁਸੀਂ ਮੇਰੀ ਇੰਟਰਵਿਊ ਸੁਣੀ ਹੋਊ, ਮੈਂ ਕੀ ਦੱਸਿਆ ਵੀ ਤਾਂ ਸਾਡੇ ਗੁਰੂ ਜੀ ਨੂੰ ਖੁਦ ਜਿਨ੍ਹਾਂ ਨੇ ਆਪਦੇ ਗੁਰੂ ਨੂੰ ਹੀ ਫਸਾਤਾ, ਅਸੀਂ ਉਹਨਾਂ ਤੇ ਵਿਸ਼ਵਾਸ ਕੀ ਕਰੀ। ਐਡੇ ਪੂਰੀ ਦੁਨੀਆ 'ਚ ਜਿਨ੍ਹਾਂ ਨੇ ਇਹੋ ਜਿਹੇ ਦੋਸ਼ ਲਵਾ ਕੇ ਆਪਦੇ ਗੁਰੂ ਦਾ ਕੇਸ ਲੜਿਆ ਹੀ ਨਹੀਂ, ਜਾਣਬੁੱਝ ਕੇ ਪਹਿਲਾਂ ਇਹ ਕੇਸ ਪਾਇਆ ਗਿਆ। ਕੋਈ ਕੇਸ ਨਹੀਂ, ਕੋਈ ਇਹ ਮੁੱਦਾ ਨਹੀਂ ਸੀ, ਕੁਛ ਨਹੀਂ ਸੀ। ਉਹ ਤਾਂ ਜਿਹੜੇ ਗੱਦੀ ਦੇ ਚਾਹੁੰਦੇ ਆ, ਜਿਹੜੇ ਲੋਕ ਚਾਹੁੰਦੇ ਆ ਗੁਰੂ ਜੀ ਨੂੰ ਪਾਸੇ ਕਰਕੇ ਗੱਦੀ ਚਾਹੁਣਾ, ਉਹਨਾਂ ਨੇ ਇਹ ਸਾਰੇ ਮਤਲਬ ਕਿ ਜਿਹੜੀਆਂ ਹੈਗੀਆਂ ਸਾਜ਼ਿਸ਼ਾਂ ਕੀਤੀਆਂ। ਇਹ ਤਾਂ ਸਾਰਾ ਸਾਜ਼ਿਸ਼ਾਂ ਅੰਦਰੋਂ ਹੀ ਹੋਈਆਂ। ਜਿੰਨਾ ਗੁਰੂ ਜੀ ਨੂੰ ਬਦਨਾਮ ਕੀਤਾ ਗਿਆ ਜਾਂ ਗੁਰੂ ਜੀ ਤੇ ਕੇਸ ਪਾਏ ਗਏ, ਸਿਰਫ ਗੁਰਗੱਦੀ ਦੇ ਮਸਲੇ ਨੂੰ ਲੈ ਕੇ ਹੈ ਜੀ, ਹੋਰ ਕੁਛ ਨਹੀਂ। ਉਹ ਜਦੋਂ ਆਪ ਨਹੀਂ ਕਾਮਯਾਬ ਹੋ ਸਕੇ ਫਿਰ ਉਹਨਾਂ ਨੇ ਸਿੱਖਾਂ ਦੇ ਮੋਢੇ ਤੇ ਧਰ ਕੇ ਚਲਾਉਣ ਲੱਗ ਗਏ ਜੀ। ਇਹ ਸਾਰਾ ਕੁਛ ਅੰਦਰੋਂ ਹੀ ਹੋਇਆ। ਜਿਹੜੇ ਲੋਕ ਗੁਰਗੱਦੀ ਚਾਹੁੰਦੇ ਆ, ਦੋ ਧੜੇ ਵੱਡੇ ਆ। ਇਸ ਵੇਲੇ ਮੈਂ ਉਸ ਦਿਨ ਵੀ ਕਿਹਾ ਸੀ, ਅਸੀਂ ਖੁੱਲੇ ਆਮ ਕਹਿੰਦੇ ਆ ਇਹ ਗੱਲਾਂ। ਕਿਹੜੇ ਦੋ ਧੜੇ ਨੇ? ਇੱਕ ਹਨੀਪ੍ਰੀਤ ਦਾ ਧੜਾ ਜੀ, ਇੱਕ ਰਾਜਨੀਤਿਕ ਵਿੰਗ ਦਾ ਧੜਾ ਜੀ। ਬਿਲਕੁਲ ਦੋਨੇ ਮਤਲਬ ਕਿ ਰੇਸ ਚ ਉਹ ਕਹਿੰਦਾ ਵੀ ਮੈਂ ਗੱਦੀ, ਸਿਰਫ ਗੁਰੂ ਜੀ ਦੀ ਗੱਦੀ, ਕਿਉਂਕਿ ਪਹਿਲਾਂ ਵੀ ਧਮਕੀਆਂ ਦਿੰਦੇ। ਸਾਡੇ ਕੋਲੇ ਸਾਰੇ ਪ੍ਰੂਫ ਹੈ। ਸਾਡੇ ਗੁਰੂ ਜੀ ਨੂੰ ਪਹਿਲਾਂ ਧਮਕੀਆਂ, ਅਸੀਂ ਬਾਈ ਜੀ ਪਹਿਲਾਂ ਸਾਨੂੰ ਨਹੀਂ ਸੀ ਕੁਝ ਪਤਾ, ਪਰ ਜਦੋਂ ਅਚਾਨਕ ਅਸੀਂ ਤਾਂ ਸੋਚੀ ਵੀ, ਸਾਡੇ ਕਲਪਨਾ 'ਚ ਵੀ ਨਹੀਂ ਸੀ ਸਾਡੇ ਗੁਰੂ ਜੀ ਨੂੰ ਸਜ਼ਾ ਹੋ ਜੂ। ਪਰ ਜਦੋਂ ਸਾਡੇ ਗੁਰੂ ਜੀ ਨੂੰ ਸਜ਼ਾ ਹੋ ਗਈ ਫਿਰ ਅਸੀਂ ਨਾ ਮਤਲਬ ਪੂਰੀ ਰਿਸਰਚ ਕੀਤੀ। ਪੂਰੀ 3 ਸਾਲ ਦੇ ਬਾਈ ਜੀ ਅਸੀਂ ਰਿਸਰਚ ਕਰ ਰਹੇ ਹਾਂ। ਹੁਣ ਇਸ ਵੇਲੇ ਸਾਡੇ ਕੋਲੇ ਪੂਰੇ ਸਾਰੇ ਸਬੂਤ ਇਕੱਠੇ ਕਰ ਲਏ ਅਸੀਂ। ਫਿਰ ਅਸੀਂ ਸਾਡਾ ਪਹਿਲਾਂ ਫੇਸ ਵਰਸਸ ਵਰਡਿਕਟ ਚੈਨਲ ਆ, ਫੇਸਬੁੱਕ ਚੈਨਲ, ਅਸੀਂ 3 ਮਹੀਨੇ ਤੋਂ ਲਗਾਤਾਰ ਉਹਦੇ ਤੇ ਬੋਲ ਰਹੇ ਹਾਂ। ਸਾਡੀ ਸੰਗਤ ਨੂੰ ਇਹ ਗੱਲਾਂ ਜਿਹੜੀ ਹੁਣ ਟੀਵੀ ਚੈਨਲ ਤੇ ਬੋਲ ਰਹੇ ਨੇ, ਇਹ ਅਸੀਂ 3 ਮਹੀਨੇ ਦੇ ਬੋਲ ਰਹੇ ਹਾਂ। ਸਾਡੇ ਫੇਸਬੁੱਕ ਚੈਨਲ ਤੁਸੀਂ ਕੋਈ ਚੱਕ ਲਓ, ਜੇ ਤੁਸੀਂ ਸਾਡਾ ਫੇਸਬੁੱਕ ਚੈਨਲ ਤੇ ਕਿਤੇ ਸੁਣ ਲਓਗੇ ਨਾ ਜੀ, ਤਾਂ ਤੁਹਾਨੂੰ ਸਾਰੀ ਰਿਐਲਿਟੀ ਦਿਖਾਈ ਹੈ। ਅਸੀਂ ਸਾਰੀ ਸੰਗਤ ਨੂੰ ਬਹੁਤ ਅਸੀਂ ਚੀਜ਼ਾਂ ਦਿਖਾਈਆਂ, ਇਹੋ ਜਿਹੇ ਪ੍ਰੂਫ ਦਿਖਾਏ ਆ ਜਿਹਦੇ 'ਚ ਸਿੱਧ ਹੁੰਦਾ ਵੀ ਹਨੀਪ੍ਰੀਤ ਵੀ ਗੱਦੀ ਤੇ ਬੈਠਣਾ ਚਾਹੁੰਦੀ, ਉਹ ਵੀ ਗੁਰੂ ਨੂੰ ਪਾਸੇ ਕਰਨਾ ਚਾਹੁੰਦੀ ਸੀ। ਬਾਕੀ ਸਾਡੇ ਗੁਰੂ ਜੀ ਦੇ ਕਰਨਾ ਫਿਲਮ ਹੈ, ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਦਿਖਾਇਆ ਵੀ ਕਿਵੇਂ ਇੱਕ ਲੜਕੀ ਹੁੰਦੀ ਹੈ, ਉਹ ਸੜਕ ਤੋਂ ਚੱਕ ਕੇ ਲਿਆਉਂਦੇ, ਉਹਨੂੰ ਬੇਟੀ ਬਣਾਉਂਦੇ, ਬਹੁਤ ਜ਼ਿਆਦਾ ਉਹਨੂੰ ਮਤਲਬ ਆਪਦੇ ਹੱਥਾਂ ਨਾਲ ਖਾਣਾ ਖਾਉਂਦੇ, ਬਹੁਤ ਪਿਆਰ ਕਰਦੇ। ਪਰ ਉਹੀ ਕੁੜੀ ਹੈ ਜਿਹੜੀ ਉਹ ਗੁਰੂ ਜੀ ਨੂੰ ਮਾਰਨ ਵਾਸਤੇ ਆਉਂਦੀ ਹੈ, ਬਾਰ-ਬਾਰ ਗੁਰੂ ਜੀ ਤੇ ਅਟੈਕ ਕਰਦੀ ਹੈ ਉਹ। ਤੇ ਉਹੀ ਕੁੜੀ ਅਖੀਰ ਦੇ ਵਿੱਚ ਇਹ ਵੀ ਕਹਿੰਦੀ ਹੈ ਜੀ, ਇਹ ਵਾਰਡਿੰਗ ਸਾਡੇ ਉਹ ਫਿਲਮ ਦੇ ਵਿੱਚ ਤੁਸੀਂ ਲਾਸਟ 15 ਮਿੰਟ ਦਾ ਸੀਨ ਦੇਖ ਲਓ, ਸਾਰੀ ਗੱਲ ਕਲੀਅਰ ਹੋ ਜੂ। ਉਹ ਕੁੜੀ ਕਹਿੰਦੀ ਵੀ ਮੈਂ ਤਾਂ ਸੁਸਾਈਡ ਬੰਬਰ ਹੈ, ਠੀਕ ਹੈ, ਕਹਿੰਦੀ ਮੈਨੂੰ ਤਾਂ ਭੇਜਿਆ ਗਿਆ ਗੁਰੂ ਜੀ, ਮਤਲਬ ਤੁਹਾਨੂੰ ਖਤਮ, ਕਹਿੰਦੀ ਪਿਤਾ ਜੀ ਮੈਨੂੰ ਤੁਹਾਨੂੰ ਖਤਮ ਕਰਨ ਵਾਸਤੇ ਭੇਜਿਆ ਗਿਆ, ਮੈਂ ਤਾਂ ਕਹਿੰਦੀ ਆਤੰਕਵਾਦੀ ਹਾਂ। ਇਹ ਵਰਡ ਵੀ ਬੋਲਦੀ ਹੈ ਉਹ ਕੁੜੀ ਕਿ ਮੈਂ ਆਤੰਕਵਾਦੀ ਹਾਂ। ਕਹਿੰਦੀ ਮੈਨੂੰ ਤਾਂ ਤੁਹਾਡੇ ਜਿਹੜੇ ਹੈਗਾ ਵੀ ਉਹਨੇ ਜਦੋਂ ਪਹਿਲਾਂ ਵੀ ਇੱਕ ਕੁੜੀ ਕਹਿੰਦੀ ਹੈ ਨਾ ਵੀ ਮੁਸਕਾਨ ਵੀ ਸੌਰੀ ਕੁਸਮ ਵੀ ਤੂੰ ਮਤਲਬ ਕਿ ਤੂੰ ਵੀ ਤੈਨੂੰ ਤਾਂ ਬੇਟੀ ਬਣਾਇਆ ਗੁਰੂ ਜੀ ਨੇ, ਤੂੰ ਗੁਰੂ ਜੀ ਨੂੰ ਮਾਰਨ ਵਾਸਤੇ। ਕਹਿੰਦੀ ਉੱਥੇ ਵੀ ਉਹ ਬੜਾ ਕਹਿੰਦੀ ਹੈ, ਕਹਿੰਦੀ ਇਹ ਬੰਦਾ ਤਾਂ ਕਹਿੰਦੀ ਮੇਰਾ ਕੁਛ ਨਹੀਂ ਲੱਗਦਾ, ਕੋਈ ਮੇਰਾ ਇਹ ਪਿਤਾ ਜੀ ਨਹੀਂ, ਕਹਿੰਦੀ ਮੈਂ ਤਾਂ ਮਿਸ਼ਨ ਤੇ ਆਈ ਹੋਈ ਹਾਂ, ਕਹਿੰਦੀ ਮੇਰਾ ਮਿਸ਼ਨ ਹੈ ਇਸ ਬੰਦੇ ਦਾ ਖਾਤਮਾ। ਤਾਂ ਦੇਖੋ ਇਹ ਸਾਡੇ ਗੁਰੂ ਜੀ ਨੇ ਇਸ ਫਿਲਮ ਬਾਰੇ ਇਹ ਕਿਹਾ, ਸਾਡੀ ਸਾਰੀ ਸੰਗਤ ਨੂੰ ਸਟੇਜ ਤੇ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੇ ਵਾਰੀ ਤੁਸੀਂ ਉਹਨਾਂ ਦਾ ਦੇਖ ਲਓਗੇ, ਉਹ ਕਹਿੰਦੇ ਵੀ ਸਾਡੀ ਇਹ ਜੀਵਨੀ ਹੈ, ਸੱਚੀ ਜੀਵਨੀ ਹੈ, 200% ਸੱਚੀ ਕਹਾਣੀ ਹੈ। ਤੇ ਉਹਨਾਂ ਸਾਡੀ ਸੰਗਤ ਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ 67 ਸਤਸੰਗਾਂ ਦਾ ਫਲ ਹੈ ਜੇ ਇੱਕ ਵਾਰੀ ਇਹ ਫਿਲਮ ਦੇਖ ਲਓਗੇ, ਤੁਸੀਂ ਇਹ ਫਿਲਮ ਬਾਰ-ਬਾਰ ਦੇਖੋ। ਪਰ ਮਤਲਬ ਉਹੀ ਗੱਲ ਕਹਿੰਦੇ ਹੁੰਦੇ ਵੀ ਬਾਇਆ ਦਾ ਪਰਦਾ, ਪਰ ਸਾਡੀ ਸੰਗਤ ਨੂੰ ਉਦੋਂ ਸਮਝ ਨਹੀਂ ਲੱਗੀ, ਉਹਨਾਂ ਨੂੰ ਐਂ ਲੱਗਿਆ ਹੀ ਨਹੀਂ। ਪਰ ਜਦੋਂ ਗੁਰੂ ਜੀ ਚਲੇ ਗਏ ਉਦੋਂ ਵੀ ਜੀ ਸਾਨੂੰ ਸਾਰੀਆਂ ਸਮਝਾਂ ਲੱਗ ਗਈਆਂ। ਜੀ ਸ਼ੁਕਰੀਆ ਵੀਰਪਾਲ ਕੌਰ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਵੀਰਪਾਲ ਕੌਰ ਨੇ ਇਹ ਬਿਆਨ ਜਿਹੜਾ ਹੈ ਉਹ ਸਾਬਕਾ ਡੀਜੀਪੀ ਸ਼ਸ਼ੀਕਾਂਤ ਦੇ ਹਵਾਲੇ ਨਾਲ ਦਿੱਤਾ ਸੀ, ਪਰ ਸ਼ਸ਼ੀਕਾਂਤ ਨੇ ਡੇਰਾ ਪੈਰੋਕਾਰ ਵੀਰਪਾਲ ਕੌਰ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਤੇ ਕਿਹਾ ਇਹ ਸਭ ਕੁਝ ਮਨ ਘੜਤ ਹੈ। ਸਿਆਸੀ ਤੂਫਾਨ ਤਾਂ ਆਉਣਾ ਸੀ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਦਲਾਂ ਨੇ ਡੇਰੇ ਦੇ ਨਾਲ ਸੌਦੇਬਾਜ਼ੀ ਕੀਤੀ ਸੀ। ਸਾਬਤ ਹੋ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪਾਲਿਸੀ ਸੀਗੀ ਉਹ ਸੀਗੀ ਏਕ ਹਾਥ ਦੇ ਏਕ ਹਾਥ ਲੈ। ਉਹਨਾਂ ਨੇ ਜਿਹੜਾ ਵੋਟਾਂ ਦਾ ਸੌਦਾ ਕੀਤਾ ਉਹ ਕਲੀਅਰ ਸੀਗਾ, ਤੁਮ ਮੁਝੇ ਵੋਟ ਦੋ ਮੈਂ तुम्हें ਮਾਫੀ ਦੂੰਗਾ। ਇਹਦੇ ਬਾਅਦ ਕੋਈ ਕਿੰਤੂ ਪਰੰਤੂ ਨਹੀਂ ਰਹਿ ਜਾਂਦੀ। ਐਜ਼ ਅ ਕ੍ਰਿਮੀਨਲ ਐਸਪੈਕਟ that is a separate story। ਜਿੱਥੇ ਤਾਈਂ ਧਾਰਮਿਕ ਭਾਵਨਾਵਾਂ ਦਾ ਸਵਾਲ ਹੈ, ਮੇਰਾ ਮੰਨਣਾ ਹੈ ਡੇਰੇ ਦਾ ਆਖਣਾ ਆਫੀਸ਼ੀਅਲ ਤੌਰ ਤੇ ਵੀ ਅਸੀਂ ਅਕਾਲੀਆਂ ਨੂੰ ਵੋਟਾਂ ਪਾਈਆਂ ਸੀਗੀਆਂ, ਇਹਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸਿੱਖ ਧਰਮ ਦੇ ਪੰਥ ਦੇ ਦੋਸ਼ੀ ਕਰਾਰ ਸਾਬਿਤ ਹੁੰਦੇ ਹੈ। ਤੇ ਜਿਹੜੀ ਦਰਖਾਸਤ ਪਹਿਲਾਂ ਅਕਾਲ ਤਖਤ ਸਾਹਿਬ 'ਚ ਦਿੱਤੀ ਗਈ ਸੀ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾਵੇ,
ਮੈਂ ਸਮਝਦਾ ਇਹਦੇ ਬਾਅਦ ਕਿਸੇ ਸਬੂਤ ਦੀ ਲੋੜ ਨਹੀਂ ਰਹਿੰਦੀ। ਉਹ ਇਹਨਾਂ ਦਾ ਮਨ ਬਦਲਿਆ, ਜਿਹੜੇ ਕਹਿੰਦੇ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਹਾਂ, ਅੱਜ ਡੇਰਾ ਸਾਰਾ ਕੁਝ ਕਹਿ ਰਿਹਾ, ਪਰ 2017 ਦੇ ਅੰਦਰ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ। ਉਹਦਾ ਕੀ ਕਾਰਨ ਸੀਗਾ? ਇੱਕ ਪਾਸੇ ਇਲਜ਼ਾਮ ਲੱਗ ਰਹੇ ਸੀਗੇ ਵੀ ਸਾਡੇ ਜਿਹੜੇ ਅਨੁਯਾਈ ਹੈ, ਚਾਹੇ ਉਹ ਜਵਾਰ ਸਿੰਘ ਵਾਲਾ 'ਚ ਸੀਗਾ ਜਿਹਦਾ ਕਤਲ ਹੋਇਆ, ਕਹਿੰਦਾ ਉਹਨੂੰ ਮਾਰਨ ਵਾਲੇ ਅਕਾਲੀ ਸੀਗੇ, ਦੂਜੇ ਪਾਸੇ ਅਕਾਲੀਆਂ ਨੂੰ ਵੋਟਾਂ ਪਾ ਰਹੇ ਹੈ। ਬਿਲਕੁਲ ਇਹਦੇ ਨਾਲ ਕਲੀਅਰ ਹੋ ਜਾਂਦਾ ਹੈ। ਇਹਨਾਂ ਨੇ ਸੌਦੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਸਾਡੇ ਕੋਲ ਮਾਫੀਨਾਮਾ ਅਸੀਂ ਤੁਹਾਨੂੰ ਦੇ ਸਕਦੇ ਹਾਂ, ਫਿਲਮ ਰਿਲੀਜ਼ ਹੋਣੀ ਸੀਗੀ MSG 2, ਤੇ ਉਹਦੇ ਇਲਾਵਾ ਜਿਹੜਾ ਪੁਲਿਸ ਦਾ ਤੰਤਰ ਸੀਗਾ ਉਹ ਕ੍ਰਿਮੀਨਲ ਐਸਪੈਕਟ ਹੈ, ਉਹਦੇ ਤੇ SIT ਚੱਲ ਰਹੀ ਹੈ। ਪਰ ਐਜ਼ ਫਾਰ ਐਜ਼ ਅਕਾਲ ਤਖਤ ਸਾਹਿਬ ਨੇ ਜਿਹੜਾ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਡੇਰੇ ਮੁਖੀ ਨੂੰ, ਉਸ ਤੋਂ ਮਾਫੀ ਦਿਵਾਉਣਾ, ਫਿਲਮ ਰਿਲੀਜ਼ ਕਰਵਾਉਣਾ ਤੇ ਉਹਦੇ ਨਾਲ ਸਾਂਠ-ਗਾਂਠ ਕਰਨਾ, ਆਹ ਬਿਲਕੁਲ ਕਲੀਅਰ ਹੋ ਜਾਂਦੀ ਹੈ। ਤਾਂ ਹੁਣ ਸੁਨੀਲ ਜਾਖੜ ਵੱਲੋਂ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਜੋ ਦਾਅਵਾ ਕੀਤਾ ਸੀ ਕਿ 2017 ਦੇ ਵਿੱਚ ਉਹਨਾਂ ਅਕਾਲੀ ਦਲ ਦਾ ਸਮਰਥਨ ਕੀਤਾ ਸੀ, ਉਹ ਵੀ ਸੁਣ ਲਓ। 2007 ਤੋਂ ਲੈ ਕੇ ਅਸੀਂ ਤਾਂ ਕਹਿ ਰਹੇ ਹਾਂ ਕੀ ਹੁੰਦਾ ਹੈ। 2007 ਦੇ ਵਿੱਚ ਵੀ ਸਾਡੇ ਨਾਲ ਤਾਂ ਜਾਤੀਆਂ ਹੋਈਆਂ, 2017 ਦੇ ਵਿੱਚ ਵੀ ਸਾਡੇ ਨਾਲ ਹੋ ਗਈਆਂ। ਜਿਹੜੀ ਉਦੋਂ ਹਕੂਮਤ ਸੀ ਉਦੋਂ ਉਹਨਾਂ ਨੇ ਕਰ ਲਈਆਂ, ਜਿਹੜੀ ਅੱਜ ਹਕੂਮਤ ਅੱਜ ਇਹ ਕਰ ਰਹੀ ਹੈ। ਹੁਣ ਪੰਜਾਬ 'ਚ ਹਕੂਮਤ ਕਿਹਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਮੇਰੇ ਤੋਂ ਵੀ ਪੁੱਛ ਰਹੇ। ਸੰਗਤ ਨੇ ਮਿਲ ਕੇ, ਪਹਿਲੀ ਗੱਲ ਤਾਂ ਇਹ ਹੈ ਕੋਈ ਅਸੀਂ ਗੁਨਾਹ ਤਾਂ ਕੀਤਾ ਨਹੀਂ, ਕੋਈ ਗੈਰ ਕਾਨੂੰਨੀ ਕੰਮ ਤਾਂ ਅਸੀਂ ਕੀਤਾ ਨਹੀਂ। ਮਿਲ ਕੇ ਇੱਕ ਫੈਸਲਾ ਸੰਗਤ ਨੇ ਕਰ ਲਿਆ ਵੀ ਆਪਾਂ ਇਸ ਵਾਰੀ ਆਹ ਬੰਦੇ ਦੀ ਮਦਦ ਕਰਨੀ ਆ, ਆਹ 10 ਲੋਕਾਂ ਦੀ ਮਦਦ ਕਰਨੀ ਆ, ਕਰਤੀ। ਠੀਕ ਹੈ ਜੀ, ਤੇ ਉਹਦਾ ਔਨ ਰਿਕਾਰਡ ਹੈ ਜੀ। ਅਸੀਂ ਕਿਹੜਾ ਲੁਕੋ ਕੇ ਕੀਤੀ ਹੈ? 2017 ਦੇ ਵਿੱਚ ਅਸੀਂ ਅਕਾਲੀ ਦਲ ਦੀ ਮਦਦ ਕੀਤੀ ਹੈ। ਨਹੀਂ, ਉਹੀ ਕਹਿ ਰਹੇ ਹਾਂ। ਦੇਖੋ 2017 ਦੇ ਵਿੱਚ ਇਹ ਤੁਹਾਨੂੰ ਵੀ ਪਤਾ ਹੈ, ਔਨ ਰਿਕਾਰਡ ਅਸੀਂ ਗੱਲ ਕੀਤੀ ਹੈ, ਕੋਈ ਲੋਕੇ ਤਾਂ ਕੀਤੀ ਨਹੀਂ। ਅਕਾਲੀ ਦਲ ਦੀ ਮਦਦ ਕੀਤੀ ਹੈ। ਸਰਕਾਰ ਆਈ ਨਹੀਂ ਆਈ ਉਹ ਬਾਅਦ ਦੀ ਗੱਲ ਹੁੰਦੀ ਹੈ। ਵੋਟ ਪਾਉਣ ਵਾਲੇ ਦਾ ਮਕਸਦ ਵੋਟ ਪਾਉਣਾ ਹੁੰਦਾ ਹੈ। ਗਾਂਹ ਵਾਲਾ ਜਿੱਤਦਾ ਹੈ ਨਹੀਂ ਜਿੱਤਦਾ ਉਹ ਵੱਖਰੀ ਗੱਲ ਹੁੰਦੀ ਹੈ। ਅਸੀਂ ਕਰਤੀ। ਅਸੀਂ ਇਹ ਮੰਨਦੇ ਵੀ ਹੋ ਸਕਦਾ ਹੈ ਸਾਨੂੰ ਉਸ ਕਰਕੇ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ, ਕਿਉਂਕਿ ਆਰਡਰ ਸਾਰਾ ਕੁਝ ਕਰਨਾ ਤਾਂ ਸਮੇਂ ਦੀ ਹਕੂਮਤ ਨੇ ਨਾ। ਜੇ ਕਿਤੇ ਜ਼ਿਆਦਤੀ ਹੋ ਰਹੀ ਹੈ ਤਾਂ ਉਹ ਸਮੇਂ ਦੀ ਹਕੂਮਤ ਨੇ ਦੇਖਣਾ ਹੈ। ਅਸੀਂ ਆਪਦਾ ਉਹ ਪੱਖ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਸੁਨੀਲ ਜਾਖੜ, ਵੀਰਪਾਲ ਕੌਰ, ਹਰਚਰਨ ਸਿੰਘ ਦੀ ਪ੍ਰਤੀਕਿਰਿਆ ਤੋਂ ਬਾਅਦ ਹੁਣ ਅਕਾਲੀ ਦਲ ਦਾ ਪਲਟਵਾਰ ਵੀ ਸੁਣੋ। ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀ ਕਿਹਾ ਉਹ ਤੁਹਾਡੇ ਸਾਹਮਣੇ ਕਰਦੇ ਹਾਂ। ਪਲੰਦਾ ਕਾਂਗਰਸ ਦੇ ਫੇਲੂਅਰ ਨੂੰ ਲੁਕਾਉਣ ਵਾਸਤੇ ਉਹ ਜੋ ਜ਼ਿੰਦਗੀ 'ਚ ਬਹੁਤ ਵੱਡੀ ਫਰਸਟ੍ਰੇਸ਼ਨ 'ਚ ਆ ਚੁੱਕਿਆ ਹੈ, ਉਹ ਕਾਰਨ ਵੀ ਹੈ। ਸਿਵਾਏ ਉਸ ਕਾਨਫਰੰਸ 'ਚੋਂ ਝੂਠ ਬੋਲਣ ਤੋਂ, ਅਕਾਲੀ ਦਲ ਨੂੰ ਬਦਨਾਮ ਕਰਨ ਤੋਂ ਕੋਈ ਵੀ ਫੈਕਟਸ ਨਹੀਂ ਉਹ ਦੇ ਸਕਿਆ। 3.5 ਸਾਲ ਸਰਕਾਰ ਬਣੀ ਨੂੰ ਹੋ ਗਏ, ਸਿੱਟ ਬਣੀ ਹੋਈ ਹੈ, ਅੱਜ ਤੱਕ ਕੋਈ ਵੀ ਚੀਜ਼ ਉਹ ਸਾਬਤ ਨਹੀਂ ਕਰ ਸਕੇ ਜੋ ਇਹ ਕਾਂਡ ਹੋਇਆ ਸੀ ਦਹਿਬਲ ਜਾਂ ਦੂਸਰਾ ਕੁਝ ਵੀ ਉਸ 'ਤੇ ਕੋਈ ਚੀਜ਼ ਉਹ ਪ੍ਰੂਫ ਨਹੀਂ ਕਰ ਸਕੇ। ਹੁਣ ਉਸ ਨੇ ਸੱਚੇ ਸੌਦੇ ਤੋਂ ਮੋਹਰਾ ਬਣਾ ਕੇ ਜੋ ਕੱਲ੍ਹ ਝੂਠ ਬੁਲਵਾਇਆ, ਪਹਿਲਾਂ ਤਾਂ ਜੋ TV ਤੇ ਉਹ ਬੀਬੀ ਨੇ ਝੂਠ ਬੋਲਿਆ ਕਿਸੇ ਅਫਸਰ ਦਾ ਨਾਂ ਲੈ ਕੇ, ਪੁਰਾਣੀ ਸਟੇਟਮੈਂਟ ਦਾ, ਉਸ ਅਫਸਰ ਨੇ ਵੀ ਉਸੇ ਵੇਲੇ ਕੰਡੈਮ ਕਰਤਾ। ਇਦੋਂ ਵੱਡਾ ਹੋਰ ਸਾਬਤ ਕੀ ਹੋ ਸਕਦਾ ਹੈ ਕਿ ਡੇਰੇ ਦਾ ਨੋਮੀਨੀ ਬਣਾ ਕੇ ਕਾਂਗਰਸ ਨੇ ਆਪਣੀ ਉੱਥੇ ਬੀਬੀ ਬਿਠਾਈ, ਔਰ ਜੋ ਕਾਨਫਰੰਸ ਸੀ ਪਿੱਛੇ ਪਹਿਲਾਂ ਉਹ ਸਪੋਰਟ ਕਰਨ ਵਾਸਤੇ ਉਹ ਕਾਨਫਰੰਸ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਰਾਈ। ਇਸ ਕਰਕੇ ਪਹਿਲਾ ਪੁਆਇੰਟ ਇਹ ਹੈ ਕਿ ਉਹ ਸਾਰਾ ਫਰਸਟ੍ਰੇਸ਼ਨ ਦਾ ਨਤੀਜਾ ਹੈ। ਹੋਰ ਕਾਂਗਰਸ ਕੁਝ ਵੀ ਅਜੇ ਤੱਕ ਸਾਬਤ ਨਹੀਂ ਕਰ ਸਕੀ। ਅੱਜ ਕਾਂਗਰਸ ਦੇ ਪ੍ਰਧਾਨ ਦੀ ਬਿਆਨਬਾਜ਼ੀ ਤੋਂ ਸਪਸ਼ਟ ਹੋ ਰਿਹਾ ਸੀ ਕਿ 3.5 ਸਾਲਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਜਿਹੜੀਆਂ ਸਿੱਟ ਬਿਠਾਈ ਜਾਂ ਉਹਨਾਂ ਨੇ ਕੋਈ ਕਮਿਸ਼ਨ ਬਿਠਾਏ, ਉਹ ਬੇਅਦਬੀ ਦੇ ਮਾਮਲੇ ਵਿੱਚ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਵੀ ਦੋਸ਼ੀ ਨਹੀਂ ਠਹਿਰਾ ਪਾਏ। ਹੁਣ ਉਹਨਾਂ ਨੇ ਇੱਕ ਬਹੁਤ ਨੀਵੀਂ ਪੱਧਰ ਦੀ ਰਾਜਨੀਤੀ, ਮੈਂ ਕਹਿ ਸਕਦਾ ਹੇਠਲੀ ਪੱਧਰ ਦੀ ਰਾਜਨੀਤੀ ਮੈਂ ਕਹਿ ਸਕਦਾ, ਅੱਜ ਜਿਹੜੀ ਗੇਮ ਕਾਂਗਰਸ ਨੇ ਖੇਡੀ ਆ ਉਹ ਕੇਵਲ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਡੇਰਾ ਸਰਸੇ ਵਾਲਿਆਂ ਨੂੰ ਮੋਹਰਾ ਬਣਾ ਕੇ ਆਪਦੀ ਤਿਕੜਮਬਾਜ਼ੀ ਨਾਲ ਇਹ ਜਿਹੜੀ ਨਮੋਸ਼ੀ ਕਹਿ ਲਓ, ਨਾਕਾਮੀਆਂ ਕਹਿ ਲਓ, ਫੇਲਿਅਰਸ ਕਹਿ ਲਓ, ਨਲਾਇਕੀਆਂ ਕਹਿ ਲਓ,
ਜਾਂ ਪੰਜਾਬ ਦੇ ਲੋਕਾਂ ਵਿੱਚ ਉੱਠ ਰਿਹਾ ਗੁੱਸਾ ਕੇਵਲ ਆਮ ਲੋਕਾਂ ਵਿੱਚ ਹੀ ਨਹੀਂ ਬਲਕਿ ਕਾਂਗਰਸੀਆਂ ਅੰਦਰ ਵੀ ਉੱਠ ਰਿਹਾ ਗੁੱਸਾ ਜਿਹੜਾ ਉਹਦਾ ਮੂੰਹ ਮੋੜਨ ਲਈ ਇਹ ਇੱਕ ਬਹੁਤ ਵੱਡੀ ਪੋਲੀਟੀਕਲ ਸਾਜ਼ਿਸ਼ ਹੈ। ਉਧਰ ਇਸ ਮਾਮਲੇ ਤੇ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਪੰਥ ਵਿਰੋਧੀ ਗਤੀਵਿਧੀਆਂ ਦੇ ਕਾਰਨ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਜਿੱਥੋਂ ਤੱਕ ਗੱਲ ਰਾਮ ਰਹੀਮ ਨੂੰ ਪੋਸ਼ਾਕ ਦੇਣ ਦੀ ਹੈ ਤਾਂ ਉਹ ਪਾਰਟੀ ਦੇ ਤਰਫੋਂ ਨਹੀਂ ਸੀ ਤੇ ਨਾ ਹੀ ਪਾਰਟੀ ਆਗੂਆਂ ਨੂੰ ਇਸ ਬਾਰੇ ਦੱਸਿਆ ਗਿਆ। ਇਹ ਢੀਂਡਸਾ ਕਹਿ ਰਹੇ ਨੇ, ਸੁਣੋ। ਅੱਜ ਉਹ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਸਰਦਾਰ ਅਮਰਿੰਦਰ ਸਿੰਘ ਤੇ ਸਰਦਾਰ ਮਨਪ੍ਰੀਤ ਸਿੰਘ ਉਹਨਾਂ ਦੇ ਸਾਥੀ ਸਾਰੇ ਜੁਆਇਨ ਕੀਤੇ ਨੇ ਔਰ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਧੰਨਵਾਦ, ਬੀਬੀ ਗੁਰਸ਼ਨ ਜੀ ਆਏ ਨੇ, ਆਪਣਾ ਸੇਖਵਾ ਸਾਹਿਬ ਵੀ ਆਏ ਨੇ, ਹੋਰ ਵੀ ਸੱਜਣ ਆਏ। ਅਸੀਂ ਉਹਨਾਂ ਨੂੰ ਜੀ ਆਇਆਂ ਕਿਹਾ, ਧੰਨਵਾਦ ਕੀਤਾ ਕਿ ਉਹਨਾਂ ਨੇ ਸਾਡੀ ਟੀਮ ਵਿੱਚ ਆ ਕੇ ਸਾਨੂੰ ਬੜੀ ਤਾਕਤ ਦਿੱਤੀ ਹੈ ਔਰ ਸਾਡੀ ਟੀਮ ਹੋਰ ਤਕੜੀ ਹੋਈ ਹੈ ਔਰ ਉਹਨਾਂ ਨੂੰ ਕਿਹਾ ਕਿ ਚੰਡੀਗੜ੍ਹ ਵਿੱਚ ਤੁਸੀਂ ਆਪਣਾ ਪਰਚਮ ਚਲਾਓ ਸ਼੍ਰੋਮਣੀ ਅਕਾਲੀ ਦਲ ਦਾ ਔਰ ਜੋ ਵੀ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਨਾਂ ਦਾ ਵੀ ਆਪਾਂ ਇਲੈਕਸ਼ਨ ਲੜ ਕੇ ਲਵਾਂਗੇ ਤੇ ਬਾਕੀ ਪੋਲੀਟੀਕਲ ਵੀ ਲੜਾਂਗੇ ਤੇ ਸਾਰਾ ਕੁਝ ਕਰਕੇ ਉਹਦੇ ਲਈ ਉਹਨਾਂ ਨੇ ਸਾਡੇ ਨਾਲ ਡੇਰਾ ਪ੍ਰੇਮੀ ਨੇ ਸਟੇਟਮੈਂਟ ਦਿੱਤੀ ਕਿ ਜਿਹੜੀ ਪੋਸ਼ਾਕ ਹੈ ਰਾਮ ਰਹੀਮ ਨੂੰ ਦਿੱਤੀ ਉਹ ਸੁਖਬੀਰ ਬਾਦਲ ਹੋਰਾਂ ਨੇ ਦਿੱਤੀ ਸੀ, ਤੁਸੀਂ ਉਸ ਦਾ ਹਿੱਸਾ ਸੀਗੇ ਉਸ ਵੇਲੇ, ਕੀ ਇਹ ਪੋਸ਼ਾਕ ਦਿੱਤੀ ਗਈ ਸੀ? ਯਾਰ ਮੈਂ ਹਿੱਸਾ ਥੋੜਾ ਮੇਰੇ ਹੁੰਦੇ ਦਿੱਤੀ ਸੀ, ਪਾਰਟੀ ਸੀਗੇ ਉਸ ਟਾਈਮ, ਪਾਰਟੀ ਸੀ। ਮੈਂ ਤਾਂ ਅੱਜ ਵੀ ਕਹਿਣਾ ਪੋਸ਼ਾਕ ਦਿੱਤੀ ਸੀਗੀ ਸੁਖਬੀਰ ਬਾਦਲ ਹੋਰਾਂ ਨੇ? ਨਹੀਂ, ਮੈਨੂੰ ਨਹੀਂ ਪਤਾ ਉਹਨੇ ਇਕੱਲੇ ਦਿੱਤੀ ਹੋ, ਪਾਰਟੀ ਤੋਂ ਥੋੜਾ ਪੁੱਛ ਕੇ ਦਿੱਤੀ ਹੈ। ਨਾ ਪਾਰਟੀ ਨੂੰ ਪਤਾ ਹੈ ਨਾ ਪਾਰਟੀ ਨੂੰ ਦੱਸਿਆ ਉਹਨਾਂ ਨੇ। ਕੋਈ ਸਾਂਠ-ਗਾਂਠ ਸੀਗੀ ਉਸ ਵੇਲੇ? ਤੁਸੀਂ ਕਿਉਂਕਿ ਕਈ ਵਾਰੀ ਕਿਹਾ ਹੋਇਆ ਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਮਾਫੀ ਨਾ ਦਿੱਤੀ ਜਾਵੇ। ਹੁਣ ਜਾਖੜ ਹੋਰੀ ਕਹਿ ਰਹੇ ਨੇ ਕਿ ਵੋਟਾਂ ਪਾਈਆਂ ਇਸ ਕਰਕੇ ਮਾਫੀ ਜਿਹੜੀ ਹੈ ਉਹ ਦਿੱਤੀ ਗਈ। ਦੇਖੋ, ਮਾਫੀ ਸਭ ਨੂੰ ਪਤਾ ਹੈ ਵੀ ਕਿਸੇ ਨੂੰ ਪਤਾ ਨਹੀਂ ਸੀ, ਨਾ ਸਾਨੂੰ ਪਤਾ ਸੀ ਨਾ ਕਿਸੇ ਨੂੰ ਹੋਰ ਪਤਾ ਸੀ ਔਰ ਜਦੋਂ ਪ੍ਰੈਸ਼ਰ ਪਿਆ ਉਹਨਾਂ ਨੇ ਵਾਪਸ ਵੀ ਤਾਂ ਹੀ ਲੈਣੀ ਪਈ ਔਰ ਜਥੇਦਾਰ ਸਾਹਿਬਾਨ ਦੀ ਆਪ ਆਈ ਸੀ ਕਿ ਸਾਨੂੰ ਘਰੇ ਬੁਲਾ ਕੇ ਡਿਪਟੀ ਸੀਐਮ ਨੇ ਤੇ ਉੱਥੇ ਬਾਦਲ ਸਾਹਿਬ ਵੀ ਮੌਜੂਦ ਸੀ, ਸਾਨੂੰ ਕਿਹਾ ਵੀ ਉਹਨਾਂ ਨੂੰ ਮਾਫੀ ਦਿਓ। ਡੇਰੇ ਨੇ ਮਦਦ ਕੀਤੀ ਸੀ 2017 ਦੇ ਵਿੱਚ, ਡੇਰੇ ਵੱਲੋਂ ਮਦਦ ਕੀਤੀ ਗਈ ਜਾਣਕਾਰੀ ਹੈ ਤੁਹਾਡੇ ਕੋਲ? ਮਦਦ ਕੀਤੀ ਗਈ ਸੀ, ਡੇਰਾ ਖੋਲੇ ਬਿਆਨ ਦੇ ਰਿਹਾ ਜੀ। ਡੇਰੇ ਨੇ ਕਈ ਜਗ੍ਹਾ ਤੇ ਕੀਤੀ ਹੈ, ਕਈ ਜਗ੍ਹਾ ਨਹੀਂ ਕੀਤੀ। ਅਕਾਲੀ ਦਲ ਪਾਰਟੀ ਨੂੰ ਦਿੱਤੀ ਹੈ? ਨਹੀਂ, ਪਾਰਟੀ ਦੇ ਤੌਰ ਤੇ ਨਹੀਂ ਕੀਤੀ, ਕਈ ਥਾਂ ਕਾਂਗਰਸ ਨੂੰ ਵੀ ਕੀਤੀ ਹੈ। ਸਰ ਪੋਸ਼ਾਕ ਵਾਲੀ ਕੀ ਜਾਣਕਾਰੀ ਹੈ ਤੁਹਾਡੇ ਕੋਲ? ਮੇਰੇ ਕੋਲ ਕੋਈ ਜਾਣਕਾਰੀ ਨਹੀਂ, ਸਾਡੀ ਤੁਹਾਡੇ ਪ੍ਰੈਸ ਨੂੰ ਪਤਾ ਲੱਗਿਆ। ਤੁਸੀਂ ਸੁਖਬੀਰ ਬਾਦਲ ਨੂੰ ਛੇਕਣ ਦੀ ਮੰਗ ਕਰਦੇ ਹੋ ਜਿਹੜੀ ਕੱਲ ਕਾਂਗਰਸ ਕੀ ਕਹਿ ਰਹੇ? ਅਸੀਂ ਬਿਲਕੁਲ ਕਹਿੰਦੇ ਹਾਂ ਜੇ ਅਗਲੋ ਇਹ ਸਾਬਤ ਖਾਂਦਾ ਤਾਂ ਉਹਨਾਂ ਨੂੰ ਉਹ ਤੇ ਐਕਸ਼ਨ ਵੀ ਲੈਣਾ ਚਾਹੀਦਾ, ਉਹਨੂੰ ਛੇਕਣਾ ਵੀ ਚਾਹੀਦਾ। ਢੀਂਡਸਾ ਸਾਹਿਬ, ਇੱਕ ਤੁਸੀਂ ਨਵੀਂ ਪਾਰਟੀ ਬਣਾ ਲਈ ਹੈ, ਪਾਰਟੀ ਦਾ ਏਜੰਡਾ ਕੀ ਰਹੇਗਾ? ਕਿਸ ਏਜੰਡੇ ਤੇ? ਏਜੰਡਾ ਅਸੀਂ ਪਹਿਲਾਂ ਹਜੇ ਪਾਰਟੀ ਬਣੀ ਹੈ, ਮੀਟਿੰਗ ਬੁਲਾਈ ਹੈ ਅਸੀਂ ਪਰਸੋਂ ਨੂੰ ਮੀਟਿੰਗ ਬੁਲਾ ਕੇ ਫੈਸਲੇ ਕਰਾਂਗੇ। ਅਸੀਂ ਕਮੇਟੀਆਂ ਬਣਾਵਾਂਗੇ। ਪਹਿਲੇ ਦਿਨ ਏਜੰਡੇ ਨਹੀਂ ਹੁੰਦੇ, ਏਜੰਡੇ ਅਸੀਂ 15-16 ਪ੍ਰੋਗਰਾਮ ਪੁਆਇੰਟ ਦੇ ਦਿੱਤੇ ਨੇ। ਉਹਨਾਂ ਪ੍ਰੋਗਰਾਮਾਂ ਤੇ ਕਿਵੇਂ ਕਰੂ, ਕਮੇਟੀਆਂ ਬਣਨਗੀਆਂ, ਕਮੇਟੀਆਂ ਫੈਸਲਾ ਕਰਨਗੀਆਂ। ਯਾਰ ਕੱਲਾ ਗੱਲ ਕਰੋ। ਹਾਂਜੀ, ਬ੍ਰਹਮਪੁਰਾ ਹਜੇ ਵੀ ਨਾਰਾਜ਼ ਨੇ। ਕੋਈ ਨਹੀਂ, ਅਸੀਂ ਸਾਡੇ ਭਰਾ ਨੇ, ਅਸੀਂ ਕੋਸ਼ਿਸ਼ ਕਰਾਂਗੇ ਬਈ ਉਹਨਾਂ ਨੂੰ ਮਨਾਵਾਂਗੇ ਵੀ, ਕੋਸ਼ਿਸ਼ ਵੀ ਕਰਾਂਗੇ। ਸਾਡਾ ਕੋਈ ਗੱਲਬਾਤ ਹੋ ਰਹੀ ਹੈ ਕਿ ਨਹੀਂ ਹੋ ਰਹੀ ਇਸ ਚੀਜ਼ ਨੂੰ ਲੈ ਕੇ? ਮੈਂ ਗੱਲ ਕਰਾਂਗੇ ਜੀ, ਅਸੀਂ ਤੁਸੀਂ ਬੇਫਿਕਰ ਰਹੋ। 2017 ਵਿੱਚ ਡੇਰਾ ਪ੍ਰੇਮੀ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਸਮਰਥਨ ਦਿੱਤਾ ਸੀਗਾ, ਇਤਫਾਕ ਰੱਖਦੇ ਹੋ? ਮੈਂ ਤਾਂ ਕਹਿਤਾ ਵੀ ਕਈ ਵਾਰੀ ਹੋ ਗਿਆ, ਕਈਆਂ ਤੇ ਨਹੀਂ ਕੀਤਾ, ਸਾਰਿਆਂ ਤੇ ਨਹੀਂ ਕੀਤਾ। ਯਾਰ ਮੈਂ ਅੱਜ ਇੱਕ ਸਰਦਾਰ ਅਮਰਿੰਦਰ ਸਿੰਘ ਹੋਣੀ ਜਿਹੜੇ ਸਾਬਕਾ ਮੈਂਬਰ ਨੇ ਐਸਜੀਪੀਸੀ ਦੇ ਔਰ ਮਨਪ੍ਰੀਤ ਸਿੰਘ ਜੋ ਮੀਤ ਪ੍ਰਧਾਨ ਸੀ ਇਹਦੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਉਹਨਾਂ ਦੇ ਬਾਕੀ ਸਾਥੀ। ਕਿਹੜੇ ਜ਼ਿਲ੍ਹਿਆਂ 'ਚ ਇਲੈਕਸ਼ਨ ਕਰਨਗੇ? ਕਿਹੜੇ ਉਮੀਦਵਾਰ ਖੜਾਣਗੇ ਪੰਜਾਬ 'ਚ? ਸਾਰੀ ਜਗ੍ਹਾ ਲੜਨਗੇ? ਕੌਣ? ਤੁਹਾਡੀ ਪਾਰਟੀ ਸਾਰੇ ਕਿਹੜੇ ਉਮੀਦਵਾਰ ਕਿੱਥੋਂ ਉਮੀਦਵਾਰ? ਅਸੀਂ ਅੱਜ ਉਮੀਦਵਾਰਾਂ ਦੀ ਨਹੀਂ, ਉਹ ਤਾਂ ਜਦੋਂ ਇਲੈਕਸ਼ਨ ਆਉਣਗੇ ਉਮੀਦਵਾਰ ਤਾਂ ਉਦੋਂ ਹੀ ਬਣਦੇ। ਅੱਜ ਉਮੀਦਵਾਰ ਕੋਈ ਕਿਸੇ ਦਾ ਨਹੀਂ, ਨਾ ਮੈਂ ਉਮੀਦਵਾਰ ਹਾਂ ਨਾ ਕੋਈ, ਮੈਂ ਤਾਂ ਇਲੈਕਸ਼ਨ ਹੀ ਲੜਨੀ। ਅੱਜ ਕੋਈ ਉਮੀਦਵਾਰ ਨਹੀਂ ਹੁੰਦਾ, ਉਮੀਦਵਾਰ ਹੋਊਗਾ ਜਦੋਂ ਇਲੈਕਸ਼ਨ ਆਉਣਗੇ। ਬ੍ਰਹਮਪੁਰਾ ਸਾਹਿਬ ਕਹਿ ਰਹੇ ਜੀ ਕਿ ਪਾਰਟੀ ਨੇ ਥੋੜੇ ਧੋਖਾ ਕੀਤਾ ਜੀ ਉਹਨਾਂ ਨੂੰ ਪ੍ਰਧਾਨ ਬਣਾਉਣ ਵਾਸਤੇ। ਪਰ ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਮੈਂ ਨਹੀਂ ਲੈ ਸਕਦਾ, ਮੇਰੇ ਵਰਕਰ ਨਹੀਂ ਮੰਨਦੇ ਤੁਹਾਡੇ ਵਾਲੀ ਕਮੇਟੀ ਦੀ। ਧੰਨਵਾਦ ਤੁਹਾਡਾ, ਮੈਂ ਧੰਨਵਾਦ ਕਰਕੇ ਕਹਿ ਕੇ ਆਇਆ ਸੀ। ਪ੍ਰਸ਼ਾਸਨ ਅੱਜ ਰੋਕ ਲਾ ਰਿਹਾ ਸੀ, ਲਗਾਤਾਰ ਇਹ ਕਾਰਵਾਈ ਗੱਲ ਹੋ ਰਹੀ, 144 ਲੱਗੀ ਹੋਈ ਆ, ਫਿਰ ਵੀ ਤੁਸੀਂ ਇਕੱਠ ਕੀਤਾ ਕਿ ਤੁਹਾਨੂੰ ਨੋਟਿਸ ਦਿੱਤਾ ਹੋਇਆ ਆ? ਅਸੀਂ ਕੋਈ ਇਕੱਠ ਨਹੀਂ ਕੀਤਾ, ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ। ਉਹਨਾਂ ਨੇ ਕਿਹਾ ਵੀ ਸਾਡੇ 'ਚ ਸ਼ਾਮਲ ਹੋ ਗਏ, ਅਸੀਂ ਉਹਨਾਂ ਦੇ ਸਰੂਪੇ ਪਾਤੇ, ਅਸੀਂ ਕੋਈ ਇਕੱਠ ਨਹੀਂ ਕੀਤਾ। ਹਲਕੇ ਤੋਂ ਜਾਗਰ ਸਿੰਘ ਮਡਾਲੀ, ਠੀਕ ਹੈ ਸਰ, ਖਰੜ ਹਲਕੇ ਤੋਂ ਜਾਗਰ ਸਿੰਘ ਮਡਾਲੀ ਤੁਹਾਡੇ ਨਾਲ ਲੜਨਗੇ?
ਉਹ ਯਾਰ ਮੈਂ ਇੰਡੀਵਿਜੂਅਲ ਬਾਰੇ ਕੀ ਕਹਿ ਸਕਦਾ ਅੱਜ, ਤੁਸੀਂ ਉਹ ਨਾ ਕਰੋ ਅੱਜ ਦਾ ਪ੍ਰੋਗਰਾਮ। ਤਮਾਮ ਮਸਲੇ ਤੇ ਗੱਲ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਡੇਰਾਵਾਦ ਹਾਵੀ ਹੈ। ਪੰਜਾਬ ਵਿੱਚ ਵੱਧ ਰਹੇ ਡੇਰਾਵਾਦ ਤੇ ਤੰਜ ਕੱਸਦੇ ਹਾਂ। ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਿੱਖੀ ਨੂੰ ਢਾਹ ਲੱਗਣ ਦਾ ਅਸਲ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੀ ਕਮੀ ਹੈ। ਡੇਰਾ ਰਾਮ ਰਹੀਮ ਦੇ ਇੱਕ ਬੀਬੀ ਜੀ ਸੀ, ਬੀਬੀ ਵੀਰਪਾਲ ਕੌਰ ਜੀ ਨੇ ਇੱਕ ਬਿਆਨ ਦਿੱਤਾ ਕਿ ਉਹ ਬਰਗਾੜੀ ਨੂੰ ਬਿਲੋਂਗ ਕਰਦੀ ਹੈ ਤੇ ਸਿੱਖ ਪਰਿਵਾਰ ਨੂੰ ਉਹ ਬਿਲੋਂਗ ਕਰਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਸਥਾ ਰੱਖਦੀ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ, ਲੇਕਿਨ ਉਹਨੇ ਆਪਣੇ ਆਪ ਹੀ ਡੇਰਾ ਰਾਮ ਰਹੀਮ ਤੋਂ ਨਾਮ ਵੀ ਲੈ ਲਿਆ। ਉਸ ਬੀਬੀ ਨੇ ਬੜੇ ਵਿਸਥਾਰ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਡੇਰੇ ਦੇ ਵਿੱਚ ਸਿਆਸਤ ਹੋਈ, ਰਾਮ ਰਹੀਮ ਨੂੰ ਗੱਦੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਉਹਨੇ ਸਿੱਧਾ ਹਨੀਪ੍ਰੀਤ ਦੇ ਉੱਤੇ ਵੀ ਐਲੀਗੇਸ਼ਨ ਲਾਏ ਕਿ ਇਹ ਵੀ ਇੱਕ ਧਿਰ ਬਣੀ ਹੋਈ ਸੀ ਆਸਥਾ ਰੱਖਦੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਲੋਕ ਆਪਣੇ ਸਿੱਖੀਜ਼ਮ ਦੇ ਵਿੱਚ ਨੇ ਉਹ ਡੇਰਿਆਂ ਵੱਲ ਕਿਉਂ ਜਾ ਰਹੇ। ਮੈਂ ਇੱਕ ਇੱਥੇ ਗੱਲ ਸਪਸ਼ਟ ਕਰਨੀ ਚਾਹੁੰਦਾ, ਮੈਂ ਸਾਰੇ ਡੇਰਿਆਂ ਦੇ ਖਿਲਾਫ ਨਹੀਂ, ਮੈਂ ਉਹਨਾਂ ਡੇਰਿਆਂ ਦੇ ਖਿਲਾਫ ਗੱਲ ਕੀਤੀ ਹੈ ਜਿਹੜੇ ਡੇਰੇ ਲੋਕਾਂ ਨੂੰ ਪੁੱਠੇ ਪਾਸੇ ਲਾਉਂਦੇ ਨੇ। ਚੰਗੇ ਪਾਸੇ ਬਹੁਤ ਡੇਰੇ, ਮੈਜੋਰਿਟੀ ਉਹਨਾਂ ਡੇਰਿਆਂ ਦੀ ਹੈ ਜਿਹੜੇ ਚੰਗੇ ਪਾਸੇ ਲਾਉਂਦੇ ਨੇ। ਮੈਂ ਉਹਨਾਂ ਡੇਰਿਆਂ ਦੀ ਗੱਲ ਕਰਦਾ ਜਿਹੜੇ ਡੇਰੇ ਲੋਕਾਂ ਨੂੰ ਪੁੱਠੇ ਪਾਸੇ ਲਾਉਂਦੇ। ਦੇਖੋ ਆ ਜਿਹੜਾ ਡੇਰਾਵਾਦ ਵਧਿਆ ਹੈ, ਉਸ ਤੋਂ ਪਹਿਲਾਂ ਕੋਈ ਜ਼ਮਾਨਾ ਤੁਸੀਂ ਹਿਸਟਰੀ ਪੜ੍ਹੋ, ਮਹੰਤਾਂ ਦਾ ਟਾਈਮ ਆਇਆ, ਉਸ ਤੋਂ ਪਹਿਲਾਂ ਮਸੰਦਾਂ ਦਾ ਟਾਈਮ ਆਇਆ, ਮਸੰਦਾਂ ਨੂੰ ਬਾਹਰ ਕੱਢਣਾ ਪਿਆ ਗੁਰੂ ਸਾਹਿਬ ਜੀ ਦੇ ਟਾਈਮ ਦੇ ਉੱਤੇ ਵੀ। ਸੋ ਇਹ ਜਿਹੜੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਜਿਹੜੀ ਸਾਡੀ SGPC ਹੈ, ਸਾਡੀ ਸਰਬੋਤਮ ਧਾਰਮਿਕ ਆਰਗੇਨਾਈਜੇਸ਼ਨ ਹੈ। ਜੇ ਪਿਛਲੇ 50-60 ਸਾਲਾਂ ਦੇ ਵਿੱਚ ਸਿੱਖੀ ਨੂੰ ਢਾਹ ਲੱਗੀ ਹੈ, ਬਿਲਕੁਲ ਲੱਗੀ ਹੈ, ਸਭ ਨੂੰ ਮੰਨਣਾ ਚਾਹੀਦਾ, ਤੇ ਉਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਸਾਡੇ ਜਿਹੜੇ ਧਰਮ ਪ੍ਰਚਾਰਕ ਸੀ ਉਹਨਾਂ ਦੇ ਵਿੱਚ ਕਮੀ ਰਹੀ ਹੈ। ਐਂਡ SGPC ਸਾਡੀ ਸਰਬੋਤਮ ਇੱਕ ਸੰਸਥਾ ਹੈ। ਸੋ ਮਸਲਾ ਕਾਫੀ ਉਲਝਿਆ ਹੋਇਆ। ਰਾਮ ਰਹੀਮ ਦੀ ਪੋਸ਼ਾਕ ਸੁਖਬੀਰ ਬਾਦਲ ਨੇ ਦਿੱਤੀ ਜਾਂ ਨਹੀਂ ਦਿੱਤੀ, ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅਕਾਲੀ ਦਲ ਆਪਣੀਆਂ ਸਫਾਈਆਂ ਦੇ ਰਿਹਾ ਹੈ, ਕਾਂਗਰਸ ਹੈ ਵਿਰੋਧੀ ਧਿਰ ਹੈ, ਲਿਹਾਜ਼ਾ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਉਹ ਬਣਦਾ ਹੈ। ਹੁਣ ਮਸਲਾ ਇਹ ਹੈ ਕਿ ਇਸ ਮਸਲੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ? ਕੀ 2022 ਚੋਣਾਂ ਤੋਂ ਪਹਿਲਾਂ ਕੋਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ? ਇਹ ਸ਼ੱਕ ਜਿਹੜਾ ਅਕਾਲੀ ਦਲ ਵੀ ਕਾਂਗਰਸ ਤੇ ਕਰਦਾ ਹੈ, ਤੇ ਕੀ ਜਾਣਬੁੱਝ ਕੇ ਅਕਾਲੀ ਦਲ ਜਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆਂਦਾ ਗਿਆ ਹੈ? ਵਾਰ ਪਲਟਵਾਰ ਦੀ ਇਸ ਸਿਆਸਤ ਤੇ ਤੁਹਾਡੀ ਕੀ ਰਾਏ ਹੈ? ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰੋ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਪਹੁੰਚੇ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।